ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕੁਝ ਅਪਡੇਟਸ ਲੈ ਕੇ ਮੈਂ ਵਰੁਣ ਕੌਰ ਮਾਨ ਹਾਜ਼ਰ। ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਅਮਰੀਕਾ ਨੇ ਟਾਈਟਲ 42 ਦੇ ਖਤਮ ਹੋਣ ਤੋਂ ਬਾਅਦ ਇੱਕ ਹਫ਼ਤੇ ਦੇ ਵਿੱਚ 11,000 ਪ੍ਰਵਾਸੀ ਕੀਤੇ ਡਿਪੋਰਟ। ਗੈਰ ਕਾਨੂੰਨੀ ਢੰਗ ਦੇ ਨਾਲ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਦਾ ਰੁਝਾਨ ਜਾਰੀ। ਕੈਨੇਡਾ ਗਏ ਵਿਦਿਆਰਥੀਆਂ ਨੂੰ ਲੈ ਕੇ ਇਮੀਗ੍ਰੇਸ਼ਨ ਮੰਤਰੀ ਫਰੇਜ਼ਰ ਦਾ ਅਹਿਮ ਬਿਆਨ। ਦੱਖਣੀ ਮੈਕਸੀਕੋ ਦੇ ਵਿੱਚ 170 ਤੋਂ ਵੱਧ ਪ੍ਰਵਾਸੀਆਂ ਨਾਲ ਭਰਿਆ ਟਰੱਕ ਮਿਲਿਆ। यूके ਦਾ ਵਿਦਿਆਰਥੀਆਂ ਨੂੰ ਝਟਕਾ, ਹੁਣ ਨਾਲ ਨਹੀਂ ਲਿਜਾ ਸਕਣਗੇ ਜੀਵਨ ਸਾਥੀ, ਸਪਾਊਸ ਵੀਜ਼ਾ ਤੇ ਲਾਈ ਪਾਬੰਦੀ। ਬ੍ਰਿਟਿਸ਼ ਏਅਰਵੇਜ਼ ਨੇ ਦਰਜਨਾਂ ਉਡਾਣਾਂ ਕੀਤੀਆਂ ਰੱਦ, 16,000 ਯਾਤਰੀ ਪ੍ਰਭਾਵਿਤ। ਸਟੱਡੀ ਵੀਜ਼ਾ ਤੇ ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਝਟਕਾ, ਪੰਜਾਬ ਤੇ ਹਰਿਆਣਾ ਦੇ ਵਿਦਿਆਰਥੀਆਂ ਤੇ ਪਾਬੰਦੀ। ਕੈਨੇਡਾ ਵਿੱਚ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਹੋਈ ਦੁੱਗਣੀ। ਬਰਤਾਨੀਆ ਦੀ ਨਾਗਰਿਕਤਾ ਲੈਣ ਦੇ ਲਈ ਬਗਾਨੇ ਮਰਦਾਂ ਨੂੰ ਆਪਣੇ ਬੱਚੇ ਦਾ ਪਿਤਾ ਬਣਾ ਰਹੀਆਂ ਨੇ ਔਰਤਾਂ। ਰਿਪੋਰਟ। ਤਕਨੀਕੀ ਗੜਬੜੀ ਕਾਰਨ ਏਅਰ ਕੈਨੇਡਾ ਦੀਆਂ ਕਈ ਉਡਾਣਾਂ ਵਿੱਚ ਹੋਈ ਦੇਰ। ਤੁਸੀਂ ਦੇਖ ਰਹੇ ਹੋ ਇਮੀਗ੍ਰੇਸ਼ਨ ਅਪਡੇਟ। US ਨੇ ਟਾਈਟਲ 42 ਸਰਹੱਦੀ ਪਾਬੰਦੀਆਂ ਦੀ ਮਿਆਦ ਪੁੱਗਣ ਤੋਂ ਬਾਅਦ ਦੇਸ਼ ਨਿਕਾਲੇ ਨੂੰ ਵਧਾਉਣ ਤੇ ਪ੍ਰਚਾਰ ਕਰਨ ਦੇ ਬਾਈਡਨ ਪ੍ਰਸ਼ਾਸਨ ਦੇ ਯਤਨਾਂ ਦੇ ਹਿੱਸੇ ਵਜੋਂ ਇੱਕ ਹਫ਼ਤੇ ਦੇ ਵਿੱਚ ਹੁਣ 11,000 ਤੋਂ ਵੱਧ ਪ੍ਰਵਾਸੀਆਂ ਨੂੰ ਮੈਕਸੀਕੋ ਤੇ 30 ਤੋਂ ਵੱਧ ਹੋਰਨਾਂ ਦੇਸ਼ਾਂ ਵਿੱਚ ਡਿਪੋਰਟ ਕੀਤਾ। ਅਧਿਕਾਰੀਆਂ ਨੇ ਕਿਹਾ ਕਿ US ਬਾਰਡਰ ਏਜੰਟਾਂ ਨੇ ਲੰਘੀ 11 ਮਈ ਨੂੰ ਟਾਈਟਲ 42 ਪਬਲਿਕ ਹੈਲਥ ਅਥਾਰਟੀ ਦੇ ਅਧੀਨ ਪ੍ਰਵਾਸੀਆਂ ਨੂੰ ਕੱਢਣ ਦੀ ਆਪਣੀ ਯੋਗਤਾ ਗਵਾ ਦਿੱਤੀ ਸੀ। ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਕਿਹਾ ਕਿ ਇਸਨੇ 11,000 ਤੋਂ ਵੱਧ ਰਸਮੀ ਤੌਰ ਤੇ ਦੇਸ਼ ਨਿਕਾਲੇ ਅਤੇ ਪ੍ਰਵਾਸੀਆਂ ਦੀ ਵਾਪਸੀ ਕੀਤੀ ਜੋ ਹਾਲ ਹੀ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਦੱਖਣੀ ਸਰਹੱਦ ਪਾਰ ਕਰ ਗਏ ਸਨ। ਟਾਈਟਲ 42 ਦੇ ਤਹਿਤ ਕੱਢੇ ਗਏ ਲੋਕਾਂ ਦੇ ਉਲਟ US ਇਮੀਗ੍ਰੇਸ਼ਨ ਕਾਨੂੰਨ ਦੇ ਤਹਿਤ ਦੇਸ਼ ਨਿਕਾਲਾ ਦਿੱਤੇ ਗਏ ਪ੍ਰਵਾਸੀਆਂ ਨੂੰ ਗੰਭੀਰ ਇਮੀਗ੍ਰੇਸ਼ਨ ਅਤੇ ਅਪਰਾਧਿਕ ਨਤੀਜਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਵੇਂ ਕਿ ਅਮਰੀਕਾ ਤੋਂ 5 ਸਾਲ ਦਾ ਦੇਸ਼ ਨਿਕਾਲਾ ਅਤੇ ਸੰਭਾਵੀ ਜੇਲ੍ਹ ਦਾ ਸਮਾਂ ਅਤੇ ਅਪਰਾਧਿਕ ਮੁਕੱਦਮਾ ਜੇਕਰ ਉਹ ਸਰਕਾਰ ਦੀ ਆਗਿਆ ਤੋਂ ਬਿਨਾਂ ਮੁੜ ਅਮਰੀਕਾ ਦੇਸ਼ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ। ਬਾਈਡਨ ਪ੍ਰਸ਼ਾਸਨ ਨੇ US ਮੈਕਸੀਕੋ ਸਰਹੱਦ ਦੇ ਨਾਲ ਪ੍ਰਵਾਸੀਆਂ ਦੀ ਆਮਦ ਨੂੰ ਰੋਕਣ ਦੇ ਲਈ ਇੱਕ ਵਿਆਪਕ ਮੁਹਿੰਮ ਦੇ ਹਿੱਸੇ ਵਜੋਂ ਰਸਮੀ ਦੇਸ਼ ਨਿਕਾਲੇ ਦੀ ਵਧੀ ਹੋਈ ਸੰਖਿਆ ਅਤੇ ਉਹਨਾਂ ਦੇ ਨਤੀਜਿਆਂ ਨੂੰ ਉਜਾਗਰ ਜੰਗੀ ਪੱਧਰ ਤੇ ਕੀਤਾ ਹੈ, ਜੋ ਪਿਛਲੇ 2 ਸਾਲਾਂ ਵਿੱਚ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਿਆ ਸੀ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਰਸਮੀ ਦੇਸ਼ ਨਿਕਾਲੇ ਵਿੱਚ ਵਾਧੇ ਨੇ ਪਿਛਲੇ ਹਫ਼ਤੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ ਹੋਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਗਿਰਾਵਟ ਵਿੱਚ ਯੋਗਦਾਨ ਪਾਇਆ ਹੈ, ਜਦੋਂ ਕਿ ਰੋਜ਼ਾਨਾ ਪ੍ਰਵਾਸੀ ਕ੍ਰਾਸਿੰਗ 10,000 ਤੱਕ ਵੱਧ ਗਈ ਸੀ, ਜੋ ਕਿ ਇੱਕ ਬਹੁਤ ਹੀ ਵੱਡਾ ਰਿਕਾਰਡ ਹੈ। ਟਾਈਟਲ 42 ਦੇ ਖਤਮ ਹੋਣ ਤੋਂ ਠੀਕ ਪਹਿਲਾਂ ਉਹ ਉਦੋਂ ਤੋਂ ਘਟ ਗਏ ਨੇ। US ਸਰਹੱਦੀ ਅਧਿਕਾਰੀਆਂ ਨੇ ਪਿਛਲੇ ਹਫ਼ਤੇ ਵਿੱਚ ਔਸਤਨ 4,000 ਲੋਕਾਂ ਦੇ ਆਉਣ ਦਾ ਖਦਸ਼ਾ ਜਤਾਇਆ, ਜਦਕਿ ਪਿਛਲੇ 2 ਦਿਨਾਂ ਦੇ ਵਿੱਚ ਬਾਰਡਰ ਗਸ਼ਤ ਨੇ ਔਸਤਨ 3,000 ਰੋਜ਼ਾਨਾ ਖਦਸ਼ੇ ਜ਼ਾਹਿਰ ਕੀਤੇ, ਜੋ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ 70% ਘੱਟ ਸੀ। ਟਾਈਟਲ 42 ਦੀ ਮਿਆਦ ਪੁੱਗਣ ਤੋਂ ਬਾਅਦ ਵਾਪਸ ਪਰਤਣ ਵਾਲਿਆਂ ਦੇ ਵਿੱਚ ਵੈਨਜ਼ੂਏਲਾ, ਨਿਕਾਰਾਗੁਆ, ਹੈਤੀ ਅਤੇ ਕਿਊਬਾ ਦੇ 1100 ਪ੍ਰਵਾਸੀ ਨੇ ਜੋ ਮੈਕਸੀਕੋ ਵਾਪਸ ਆ ਗਏ ਸਨ, ਜੋ ਅਮਰੀਕਾ ਦੀ ਬੇਨਤੀ ਤੇ ਇਹਨਾਂ ਕੌਮੀਅਤਾਂ ਨੂੰ ਵਾਪਸ ਲੈਣ ਦੇ ਲਈ ਸਹਿਮਤ ਹੋਏ ਸਨ, ਜਦੋਂ ਕਿ ਦੂਜੇ ਦੇਸ਼ਾਂ ਦੇ ਪ੍ਰਵਾਸੀਆਂ ਨੂੰ ਤੇਜ਼ੀ ਨਾਲ ਹਟਾਉਣ ਵਜੋਂ ਜਾਣੀ ਜਾਂਦੀ ਪ੍ਰਕਿਰਿਆ ਦੇ ਤਹਿਤ ਦੇਸ਼ ਨਿਕਾਲੇ ਅਤੇ 5 ਸਾਲਾਂ ਦਾ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੈਨਜ਼ੂਏਲਾ, ਨਿਕਾਰਾਗੁਆ, ਹੈਤੀ ਅਤੇ ਕਿਊਬਨ ਨੂੰ ਮੈਕਸੀਕੋ ਵਾਪਸ ਜਾਣ ਦਾ ਮੌਕਾ ਦਿੱਤਾ ਜਾ ਰਿਹਾ ਹੈ ਤਾਂ ਜੋ ਉਹ ਇੱਕ ਪ੍ਰੋਗਰਾਮ ਦੇ ਲਈ ਅਰਜ਼ੀ ਦੇ ਸਕਣ। ਜੇਕਰ ਉਹਨਾਂ ਕੋਲ ਵਿੱਤੀ ਸਪਾਂਸਰ ਨੇ ਤਾਂ US ਇਹਨਾਂ ਨੂੰ ਸਵੈ ਇੱਜ਼ਤ ਵਾਪਸੀ ਵਜੋਂ ਗਿਣਿਆ ਜਾਂਦਾ ਹੈ। ਵਧੇ ਹੋਏ ਦੇਸ਼ ਨਿਕਾਲੇ ਅਤੇ ਵਾਪਸੀ ਦੇ ਨਾਲ ਜੋੜ ਕੇ ਕੰਮ ਕਰਨਾ ਇੱਕ ਹਾਲ ਹੀ ਵਿੱਚ ਲਾਗੂ ਕੀਤਾ ਗਿਆ ਬਾਈਡਨ ਪ੍ਰਸ਼ਾਸਨ ਦਾ ਨਿਯਮ ਹੈ, ਜੋ ਪ੍ਰਵਾਸੀਆਂ ਨੂੰ ਸ਼ਰਨ ਤੋਂ ਅਯੋਗ ਠਹਿਰਾਉਂਦਾ ਹੈ ਤੇ ਜੇਕਰ ਉਹ ਅਮਰੀਕੀ ਧਰਤੀ ਤੇ ਰਸਤੇ ਵਿੱਚ ਮੈਕਸੀਕੋ ਵਰਗੇ ਤੀਜੇ ਦੇਸ਼ ਵਿੱਚ ਸੁਰੱਖਿਆ ਦੀ ਬੇਨਤੀ ਕਰਨ 'ਚ ਅਸਫਲ ਰਹਿਣ ਤੋਂ ਬਾਅਦ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ ਹੁੰਦੇ ਨੇ। ਕੈਨੇਡਾ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਕੈਨੇਡਾ ਤੋਂ ਅਮਰੀਕਾ ਦਾਖਲ ਹੋ ਰਹੇ ਪ੍ਰਵਾਸੀਆਂ ਦੀ ਗਿਣਤੀ ਹੁਣ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਮਨੁੱਖੀ ਤਸਕਰ ਆਪਣੀਆਂ ਜੇਬਾਂ ਭਰਨ ਦੇ ਵਿੱਚ ਕਾਮਯਾਬ ਹੋ ਰਹੇ ਨੇ। ਕੈਨੇਡਾ, ਟੋਰਾਂਟੋ ਅਤੇ ਮੌਂਟਰੀਅਲ 'ਚ ਬੈਠੇ ਮਨੁੱਖੀ ਤਸਕਰ ਸਥਾਨਕ ਲੋਕਾਂ ਨੂੰ ਵਰਤ ਕੇ ਆਪਣਾ ਧੰਦਾ ਚਲਾ ਰਹੇ ਨੇ। ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਦੇ ਵੱਲੋਂ ਪਿਛਲੇ ਸਾਲ 1,09,535 ਪ੍ਰਵਾਸੀਆਂ ਨੂੰ ਰੋਕਿਆ ਗਿਆ, ਜਦਕਿ ਇਸ ਵਾਰ ਇਹ ਅੰਕੜਾ 6 ਮਹੀਨੇ 'ਚ 84,000 ਤੋਂ ਟੱਪਦਾ ਨਜ਼ਰ ਆ ਰਿਹਾ। ਓਨਟਾਰੀਓ ਦਾ ਕਾਰਨਵਾਲ ਅਤੇ ਕਿਊਬੈਕ ਦਾ ਅਗਵੇਜ਼ਨ ਇਲਾਕਾ ਵਾਸੀਆਂ ਦੇ ਸਰਹੱਦ ਪਾਰ ਕਰਨ ਵਾਸਤੇ ਢੁਕਵੀਆਂ ਥਾਵਾਂ ਮੰਨੀਆਂ ਜਾਂਦੀਆਂ ਨੇ ਅਤੇ ਸੰਭਾਵਤ ਤੌਰ ਤੇ ਮਨੁੱਖੀ ਤਸਕਰਾਂ ਵੱਲੋਂ ਇਸ ਕੰਮ ਦੇ ਵਿੱਚ ਸਥਾਨਕ ਲੋਕਾਂ ਦੀ ਮਦਦ ਵੀ ਲਈ ਜਾਂਦੀ ਹੈ। ਕਿਊਬੈਕ ਦਾ
ਰੌਕਸਮ ਰੋਡ ਲਾਂਘਾ ਬੰਦ ਹੋਣ ਦੇ ਬਾਵਜੂਦ ਨਜਾਇਜ਼ ਪ੍ਰਵਾਸ ਵਿੱਚ ਕੋਈ ਕਮੀ ਮਹਿਸੂਸ ਨਹੀਂ ਹੋ ਰਹੀ ਹੈ ਅਤੇ ਅਮਰੀਕਾ ਜਾਣ ਦੇ ਇੱਛਕ ਲੋਕ ਆਪਣੀ ਜਾਨ ਖਤਰੇ 'ਚ ਪਾਉਣ ਤੋਂ ਵੀ ਪਿੱਛੇ ਨਹੀਂ ਹਟ ਰਹੇ। ਦੱਸਣਯੋਗ ਹੈ ਕਿ ਇਸ ਗੈਰ ਕਾਨੂੰਨੀ ਬਾਰਡਰ ਕ੍ਰਾਸਿੰਗ ਦੌਰਾਨ ਕਈ ਲੋਕਾਂ ਦੀਆਂ ਮੌਤਾਂ ਵੀ ਹੋ ਰਹੀਆਂ ਨੇ। ਹਾਲ ਹੀ ਵਿੱਚ ਕੁਝ ਸਮੇਂ ਪਹਿਲਾਂ ਇੱਕ ਗੁਜਰਾਤੀ ਮੂਲ ਦੇ ਕੁਝ ਪਰਿਵਾਰ ਵੀ ਹਾਦਸੇ ਦਾ ਸ਼ਿਕਾਰ ਹੋਏ ਸਨ। ਕੈਨੇਡਾ ਗਏ ਵਿਦਿਆਰਥੀਆਂ ਨੂੰ ਲੈ ਕੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਫਰੇਜ਼ਰ ਦਾ ਅਹਿਮ ਬਿਆਨ ਸਾਹਮਣੇ ਆਇਆ। ਫਰੇਜ਼ਰ ਨੇ ਟਵੀਟ ਕਰਦਿਆਂ ਕਿਹਾ ਕਿ ਅਸੀਂ ਅੰਤਰਰਾਸ਼ਟਰੀ ਵਿਦਿਆਰਥੀ ਕੇਸਾਂ 'ਚ ਲਾਏ ਜਾ ਰਹੇ ਜਾਲੀ ਦਾਖਲਾ ਪੱਤਰਾਂ ਦੀ ਜਾਂਚ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਉਹ ਦੋਸ਼ੀਆਂ ਦੀ ਪਛਾਣ ਕਰਨ ਧਿਆਨ ਕੇਂਦਰਿਤ ਕਰ ਰਹੇ ਨੇ, ਨਾ ਕਿ ਪੀੜਤਾਂ ਨੂੰ ਸਜ਼ਾ ਦੇਣ ਵੱਲ। ਉਹਨਾਂ ਨੇ ਕਿਹਾ ਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਕੈਨੇਡਾ ਨੂੰ ਬਹੁਤ ਦੇਣ ਹੈ ਤੇ ਅਸੀਂ ਠੱਗੀ ਦੇ ਸ਼ਿਕਾਰ ਸਟੂਡੈਂਟਸ ਦਾ ਇੱਕ ਕੇਸ ਦੇਖ ਕੇ ਪੀੜਤਾਂ ਦੀ ਮਦਦ ਦੇ ਲਈ ਵਚਨਬੱਧ ਹਾਂ। ਅਸੀਂ ਇੱਕ ਕੇਸ ਦੇਖਾਂਗੇ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਦਿੱਤਾ ਗਿਆ ਇਹ ਬਿਆਨ ਪੰਜਾਬ ਤੋਂ ਆਏ ਉਹਨਾਂ ਸਟੂਡੈਂਟਸ ਨੂੰ ਬਹੁਤ ਵੱਡਾ ਹੌਸਲਾ ਦੇਗਾ ਜਿਨ੍ਹਾਂ ਦੇ ਸਿਰ ਤੇ ਜਾਲੀ ਦਾਖਲਾ ਪੱਤਰਾਂ ਕਾਰਨ ਕੈਨੇਡਾ ਤੋਂ ਡਿਪੋਰਟ ਹੋਣ ਦੀ ਤਲਵਾਰ ਲਟਕ ਰਹੀ ਸੀ। ਮੈਕਸੀਕੋ ਦੇ ਚਿਆਪਾਸ ਸੂਬੇ ਵਿੱਚ ਇੱਕ ਟਰੱਕ ਵਿੱਚ ਸਵਾਰ 175 ਪ੍ਰਵਾਸੀ ਮਿਲੇ, ਜਿਨ੍ਹਾਂ ਵਿੱਚ ਜ਼ਿਆਦਾਤਰ ਮੱਧ ਅਮਰੀਕਾ ਤੋਂ ਨੇ। ਨੈਸ਼ਨਲ ਇੰਸਟੀਚਿਊਟ ਆਫ ਮਾਈਗ੍ਰੇਸ਼ਨ ਨੇ ਇਹ ਜਾਣਕਾਰੀ ਦਿੱਤੀ। INM ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਵਾਸੀ ਇੱਕ ਵੱਡੇ ਟਰੈਕਟਰ ਟ੍ਰੇਲਰ ਵਿੱਚ ਯਾਤਰਾ ਕਰ ਰਹੇ ਸਨ। ਉਹਨਾਂ ਨੂੰ ਚਾਪਾ ਡੇ ਕੋਰੋਜ਼ੋ ਸ਼ਹਿਰ ਵਿੱਚ ਇੱਕ ਜਾਂਚ ਚੌਂਕੀ ਤੇ ਰੋਕਿਆ ਗਿਆ। ਉਹਨਾਂ ਨੇ ਕਿਹਾ ਕਿ ਜਾਂਚ ਚੌਂਕੀ ਤੇ ਨਿਰੀਖਣ ਦੌਰਾਨ ਟਰੱਕ ਵਿੱਚ ਗੁਆਟੇਮਾਲਾ ਦੇ 154, ਇਕਵਾਡੋਰ ਦੇ 13, ਅਲ ਸਲਵਾਡੋਰ ਅਤੇ ਹੋਂਡਾਰਾਸ ਦੇ 3 ਲੋਕਾਂ ਦੇ ਨਾਲ ਇੱਕ ਪਾਕਿਸਤਾਨੀ ਨਾਗਰਿਕ ਅਤੇ ਡੋਮਿਨਿਕ ਗਣਰਾਜ ਦਾ ਇੱਕ ਨਾਗਰਿਕ ਟਰੱਕ ਵਿੱਚ ਸਵਾਰ ਸੀ। ਇਹਨਾਂ ਵਿੱਚੋਂ 28 ਪ੍ਰਵਾਸੀ ਨਾਬਾਲਗ ਸਨ। ਮੈਕਸੀਕੋ ਦੀ ਸਰਹੱਦ ਦੇ ਨਾਲ ਨੇੜਤਾ ਕਾਰਨ ਅਮਰੀਕਾ ਨੂੰ ਸਰਹੱਦ ਪਾਰ ਤੋਂ ਪ੍ਰਵਾਸੀਆਂ ਦੀ ਰਿਕਾਰਡ ਗਿਣਤੀ ਦਾ ਸਾਹਮਣਾ ਕਰਨਾ ਪੈ ਰਿਹਾ। ਸਾਲ 2021 ਅਤੇ 22 ਵਿੱਚ 23 ਲੱਖ ਤੋਂ ਜ਼ਿਆਦਾ ਲੋਕਾਂ ਨੇ ਸਰਹੱਦ ਪਾਰ ਕੀਤੀ। ਅਮਰੀਕੀ ਸਰਕਾਰ ਨੇ ਕਿਹਾ ਕਿ 2023 ਵਿੱਚ 12 ਲੱਖ ਤੋਂ ਜ਼ਿਆਦਾ ਪ੍ਰਵਾਸੀ ਸਰਹੱਦ ਪਾਰ ਕਰਕੇ ਅਮਰੀਕਾ ਦਾਖਲ ਹੋਏ ਨੇ। ਇਸ ਦੌਰਾਨ ਫੌਕਸ ਨਿਊਜ਼ ਅਤੇ ਹੋਰ ਮੀਡੀਆ ਸੰਗਠਨਾਂ ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਕਾਰਜਕਾਲ ਦੇ ਦੌਰਾਨ 60 ਲੱਖ ਤੋਂ ਜ਼ਿਆਦਾ ਗੈਰ ਕਾਨੂੰਨੀ ਪ੍ਰਵਾਸੀ ਦੇਸ਼ ਵਿੱਚ ਦਾਖਲ ਹੋਏ ਨੇ। ਪੜ੍ਹਾਈ ਲਈ ਬ੍ਰਿਟੇਨ ਜਾਣ ਵਾਲੇ ਵਿਦਿਆਰਥੀਆਂ ਨੂੰ ਹੁਣ ਸਪਾਊਸ ਵੀਜ਼ਾ ਦੀ ਸਹੂਲਤ ਨਹੀਂ ਮਿਲੇਗੀ। ਯੂਕੇ ਸਰਕਾਰ ਨੇ ਹੁਣ ਇਹ ਸਹੂਲਤ ਬੰਦ ਕਰ ਦਿੱਤੀ ਹੈ। ਇਸ ਫੈਸਲੇ ਦੇ ਨਾਲ ਪੜ੍ਹਾਈ ਲਈ ਯੂਕੇ ਜਾਣ ਵਾਲੇ ਵਿਦਿਆਰਥੀ ਆਪਣੇ ਜੀਵਨ ਸਾਥੀ ਨੂੰ ਨਾਲ ਨਹੀਂ ਲਿਜਾ ਸਕਣਗੇ। ਹਾਲਾਂਕਿ ਇਹ ਫੈਸਲਾ ਇਸ ਸਾਲ ਸਤੰਬਰ 'ਚ ਜਾਣ ਵਾਲੇ ਵਿਦਿਆਰਥੀਆਂ ਤੇ ਲਾਗੂ ਨਹੀਂ ਹੋਏਗਾ। ਇਹ ਨਿਯਮ ਉਹਨਾਂ ਸਟੂਡੈਂਟਸ ਤੇ ਲਾਗੂ ਹੋਏਗਾ ਜੋ ਅਗਲੇ ਸਾਲ ਜਨਵਰੀ ਦੇ ਵਿੱਚ ਯੂਕੇ 'ਚ ਦਾਖਲਾ ਲੈਣਗੇ। ਇਸ ਤੋਂ ਪਹਿਲਾਂ ਬ੍ਰਿਟੇਨ ਵਿੱਚ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਨੂੰ ਸਪਾਊਸ ਵੀਜ਼ਾ ਵੀ ਦਿੱਤਾ ਜਾਂਦਾ ਸੀ। ਪੜ੍ਹਾਈ ਤੋਂ ਬਾਅਦ ਵਿਦਿਆਰਥੀ ਅਤੇ ਉਸਦੇ ਜੀਵਨ ਸਾਥੀ ਨੂੰ 2 ਸਾਲਾਂ ਦਾ ਵਰਕ ਵੀਜ਼ਾ ਵੀ ਮਿਲਦਾ ਸੀ। ਜੇਕਰ ਦੱਸੀਏ ਕਿ ਪਿਛਲੇ ਸਾਲ ਅਕਤੂਬਰ ਦੇ ਪਿਛਲੇ ਹਫ਼ਤੇ ਯੂਕੇ ਦੇ ਗ੍ਰਹਿ ਸਕੱਤਰ ਨੇ ਭਾਰਤੀ ਵਿਦਿਆਰਥੀਆਂ ਖਾਸ ਕਰਕੇ ਪੰਜਾਬੀ ਮੂਲ ਦੇ ਵਿਦਿਆਰਥੀਆਂ ਵਿੱਚ ਇਹ ਕਹਿ ਕੇ ਝਟਕਾ ਦਿੱਤਾ ਸੀ ਕਿ ਪਤੀ ਪਤਨੀ ਦੇ ਵੀਜ਼ਾ ਤੇ ਪਾਬੰਦੀ ਲਗਾਈ ਜਾ ਸਕਦੀ ਹੈ, ਕਿਉਂਕਿ ਯੂਕੇ ਵਿੱਚ ਬਹੁਤ ਸਾਰੇ ਲੋਕ ਆਉਂਦੇ ਨੇ ਜੋ ਅਜਿਹਾ ਕਰਦੇ ਨੇ। ਉਹਨਾਂ ਦੇ ਕੋਲ ਕੋਈ ਟੈਕਨੀਕਲ ਐਜੂਕੇਸ਼ਨ ਯਾਨੀ ਕਿ ਤਕਨੀਕੀ ਸਿੱਖਿਆ ਨਹੀਂ ਹੈ ਜਿਸ ਨਾਲ ਯੂਕੇ ਨੂੰ ਫਾਇਦਾ ਹੋਏ। ਦਰਅਸਲ ਬ੍ਰਿਟਿਸ਼ ਸਰਕਾਰ ਨੇ ਜਨਵਰੀ 2021 ਚ ਉੱਥੇ ਕੰਮ ਕਰਨ ਵਾਲਿਆਂ ਲਈ ਸਾਲਾਨਾ ਘੱਟੋ-ਘੱਟ 25,600 ਪਾਉਂਡ ਦੀ ਆਮਦਨ ਤੈਅ ਕੀਤੀ ਸੀ। ਪਰ ਭਾਰਤੀ ਖਾਸ ਤੌਰ ਤੇ ਪੰਜਾਬ ਦੇ ਲੋਕ ਬ੍ਰਿਟੇਨ ਪਹੁੰਚੇ ਜੋ ਖੇਤੀ ਤੋਂ ਇਲਾਵਾ ਪਰਾਹੁਣਚਾਰੀ ਵਿੱਚ ਕੰਮ ਕਰਦੇ ਸਨ। ਉਹਨਾਂ ਨੇ ਉੱਥੇ ਘੱਟ ਤਨਖਾਹ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਨਾਲ ਉੱਥੋਂ ਦਾ ਸਿਸਟਮ ਖਰਾਬ ਹੋ ਗਿਆ ਅਤੇ ਯੂਕੇ ਵਿੱਚ ਕੰਮ ਕਰਨ ਦੇ ਅਧਿਕਾਰ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਹੋ ਗਿਆ। ਬ੍ਰਿਟੇਨ ਦੇ ਮੂਲ ਨਿਵਾਸੀਆਂ ਨੂੰ ਘੱਟ ਤਨਖਾਹਾਂ ਤੇ ਕੰਮ ਕਰਨ ਦੇ ਲਈ ਮਜਬੂਰ ਹੋਣ ਲੱਗੇ। ਇਸ ਕਾਰਨ ਉੱਥੋਂ ਦੀ ਸਰਕਾਰ ਕਾਫੀ ਦਬਾਅ ਮਹਿਸੂਸ ਕਰ ਰਹੀ ਸੀ। 2020 ਵਿੱਚ 48,639 ਭਾਰਤੀ ਵਿਦਿਆਰਥੀ ਯੂਕੇ ਪਹੁੰਚੇ। 2021 ਵਿੱਚ 55,903 ਅਤੇ ਮਾਰਚ 2022 ਤੱਕ 2,09,78 ਲੋਕ ਯੂਕੇ ਪਹੁੰਚੇ, ਜਿਨ੍ਹਾਂ ਵਿੱਚੋਂ 80% ਪੰਜਾਬੀ ਮੂਲ ਦੇ ਸਨ। ਇਹ ਸਾਲ ਮਾਰਚ 2023 ਤੱਕ ਇਹ ਅੰਕੜਾ 2 ਲੱਖ ਨੂੰ ਪਾਰ ਕਰ ਗਿਆ, ਜਿਸ ਵਿੱਚ 85% ਵਿਦਿਆਰਥੀ ਵਿਆਹੇ ਹੋਏ ਸਨ, ਜਿਨ੍ਹਾਂ ਦਾ ਟੀਚਾ ਕਿਸੇ ਤਰ੍ਹਾਂ ਕੇਵਲ ਤੇ ਕੇਵਲ ਇੰਗਲੈਂਡ ਪਹੁੰਚਣਾ ਸੀ। ਬ੍ਰਿਟਿਸ਼ ਏਅਰਵੇਜ਼ ਨੇ ਤਕਨੀਕੀ ਖਰਾਬੀ ਦਾ ਹਵਾਲਾ ਦਿੰਦੇ ਹੋਏ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਦਰਜਨਾਂ ਉਡਾਣਾਂ ਰੱਦ ਕੀਤੀਆਂ। ਵੀਕਐਂਡ ਤੇ ਜਾਣ ਵਾਲੇ ਹਜ਼ਾਰਾਂ ਯਾਤਰੀਆਂ ਨੂੰ ਆਪਣੀਆਂ ਯੋਜਨਾਵਾਂ ਰੱਦ ਕਰਨੀਆਂ ਪਈਆਂ। ਇਸ ਤੋਂ ਪਹਿਲਾਂ ਵੀਰਵਾਰ ਨੂੰ ਏਅਰਲਾਈਨ ਨੂੰ ਲੰਡਨ ਦੇ ਹੀਥਰੋ ਹਵਾਈ ਅੱਡੇ ਤੇ 80 ਉਡਾਣਾਂ 'ਚ ਦੇਰੀ ਜਾਂ ਰੱਦ ਕਰਨ ਦੇ ਲਈ ਮਜਬੂਰ ਹੋਣਾ ਪਿਆ। ਪ੍ਰਭਾਵਿਤ 42 ਉਡਾਣਾਂ ਦੇ ਵਿੱਚੋਂ ਜ਼ਿਆਦਾਤਰ ਹੀਥਰੋ ਯੂਰਪ ਦੇ ਸਭ ਤੋਂ ਵਿਅਸਤ ਹਵਾਈ ਅੱਡੇ ਤੋਂ ਜਾਣ ਵਾਲੇ
ਛੋਟੇ ਰੂਟਾਂ ਦੀਆਂ ਉਡਾਣਾਂ ਸਨ। ਹੀਥਰੋ यूके ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਚੋਂ ਇੱਕ ਹੈ। एयरलाइन का कहना है कि तकनीकी खराबी कारण यह कदम चुकना पिया। एयरलाइन ने अपनी वैबसाइट ते कहा, असीं तकनीकी समस्या तो जाणू हाँ, जिसनूं ठीक करन दे लई असीं सख्त मेहनत कर रहे हैं। रिपोर्टां दे मुताबक फ्लाइट रद्द होण कारण 16,000 तो वध यात्रियों नूं परेशानी झेलणी पई है। ब्रिटिश एयरवेज ने शुक्रवार नूं एक बयान 'च कहा, ਅਸੀਂ ਹੀਥਰੋ ਤੋਂ ਆਪਣੀਆਂ ਕੁਝ ਛੋਟੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ, ਜਦੋਂ ਕਿ ਸਾਡੀਆਂ ਜ਼ਿਆਦਾਤਰ ਉਡਾਣਾਂ ਅੱਜ ਵੀ ਜਾਰੀ ਨੇ। स्टडी वीज़ा ते विदेश जाण दे चाहवानां नूं झटका लगा। आस्ट्रेलिया दीआं 2 होर यूनीवर्सिटीज़ ने फर्जी वीज़ा अर्जियां 'च वाधे कारण पंजाब, हरियाणा ते कुछ होर राज्यां दे विद्यार्थियों नूं दाखले देण ते पाबंदी लगा दित्ती। बीते महीने भी आस्ट्रेलिया दीआं कुछ यूनीवर्सिटीज़ ने इन्हां राज्यां दे विद्यार्थियों के दाखलिਆਂ ते पाबंदी लगा दित्ती सी। हासिल जानकारी के मुताबक विक्टोरिया विच फैडरेशन यूनीवर्सिटी ते न्यू साउथ वेल्स विच पश्चिमी सिडनी यूनीवर्सिटी ने पिछले हफ्ते सिੱਖਿਆ ਏਜੰਟਾਂ ਨੂੰ पत्र लिख के पंजाब, हरियाणा, उत्तराखंड ते उत्तर प्रदेश के नाल केंद्र शासित प्रदेश जम्मू कश्मीर के विद्यार्थियों के दाखले ना करन दी हदायत दी। पिछले महीने विक्टोरिया यूनीवर्सिटी, एडिथ कोवन यूनीवर्सिटी, टॉर्नेस यूनीवर्सिटी ते दक्षिणी क्रॉस यूनीवर्सिटी समेत आस्ट्रेलिया यूनीवर्सिटियां ने कुछ भारतीय राज्यों के विद्यार्थियों ते पढ़ाई ना करन ते काम नूं ज़्यादा तरजीह देण दी मंग करन वालियां धोखाधड़ी वालियां अर्जियां दे वादे दे जवाब दे विच पाबंदी लाई। गृह मामलिਆਂ ਦੇ विभाग ने पिछले हफ्ते एक संघी संसदी जांच विच दस्सिया कि भारत तो अर्जियां नूं रद्द करन दी दर 24.3% है, जो 2012 तो बाद सब तो वध है। ਭਾਰਤੀਆਂ ਖਾਸ ਤੌਰ ਤੇ ਪੰਜਾਬੀਆਂ ਲਈ ਕੈਨੇਡਾ ਇੱਕ ਮਨਪਸੰਦ ਮੁਲਕ ਬਣਿਆ ਹੋਇਆ ਹੈ। ਵੱਡੀ ਗਿਣਤੀ ਵਿੱਚ ਵਿਦੇਸ਼ੀ ਸੈਲਾਨੀ ਹਰ ਸਾਲ ਇਸ ਮੁਲਕ ਵਿੱਚ ਪੈਰ ਰੱਖ ਰਹੇ ਨੇ, ਪਰ ਇਸ ਸਾਲ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਵਿੱਚ ਤੇਜ਼ ਵਾਧਾ ਦੇਖਣ ਨੂੰ ਮਿਲਿਆ। ਮਾਰਚ ਮਹੀਨੇ ਤੱਕ 2,81,400 ਵਿਦੇਸ਼ੀ ਸੈਲਾਨੀਆਂ ਨੇ ਇਸ ਮੁਲਕ ਦੀ ਧਰਤੀ ਤੇ ਪੈਰ ਰੱਖਿਆ, ਜਦਕਿ ਪਿਛਲੇ ਸਾਲ ਇਹ ਅੰਕੜਾ ਕੇਵਲ 1,48,900 ਦਰਜ ਕੀਤਾ ਗਿਆ ਸੀ। अजकल जिथे आयल्स पास लड़कियां नाल जाली विआह करवा के विदेश जाण दा रुझान शरेआम चल रहा, उत्थे यूके विच कुछ औरतां वल्लों मर्दां नूं अपने बच्चे दा जाली पिता बना के पक्के होण दीआं खबरां सामने आईयां ने। एक निजी अखबार विच छपी खबर के मुताबक BBC की एक रिपोर्ट सामने आई है कि अजिहे मामले दे विच मर्दां नूं 10,000 पाउंड तक की पेशकश हो रही है। जांच विच कुछ एजेंटां दा पर्दाफाश किया है जो नकली पिता बनने के लिए पुरुष की तलाश करते हैं। एक इमीग्रेशन वकील ने कहा कि यह बहुत ही संवेदनशील मामला है। यूके च रहण दा हक हासिल करने के लिए औरतां किन्नियां कालियां ने ते किसी भी हद तक जाण दे लई तैयार ने। बरतानवी नियमां दे अनुसार जे महिला किसी बरतानवी मर्द के बच्चे नूं जन्म दिंदी है तां बच्चा जन्म तो ही बरतानवी नागरिक होएगा। फिर मां भी परिवारक वीज़ा ਲਈ अर्जी दे के इत्थे रहण दा हक लै सकती है। इमीग्रेशन वकील हरजाप भंगड़ के अनुसार अजिहे हज़ारां मामले ने। एक काम भारत, पाकिस्तान, बांग्लादेश, नाइजीरिया ते श्रीलंका तो आउण वाले प्रवासियों च सालां तो चल रहा है। एयर कैनेडा वालों वीरवार नूं कंप्यूटर सिस्टम दे विच आई दिक्कत कारण अपने जहाज़ां नूं उड़ान नहीं भरन दित्ती गई। इस नाल अद्धियां उड़ाणां लेट हो गईयां। मॉन्ट्रियल स्थित इस कंपनी ने आख्या कि जहाज़ां नाल संपर्क रखण ते उन्हां दी कारगुजारी उत्ते निगरानी रखण वाले एयरलाइन दे सिस्टम विच तकनीकी गड़बड़ी आ जाण कारण एक वारी लई सारा कामकाज रोकना पिया। वीरवार दोपहर नूं एयरलाइन दे बुलारे पीटर ने आख्या कि सिस्टम दे विच इस गड़बड़ी कारण जहाज़ां नूं उड़ान भरन च थोड़ी देरी हुई, पर बाद विच सारा सिस्टम नॉर्मल हो गया सी ते एहतियान अपनाए जा रहे मापदंड हटा ले गए सन। ट्रैकिंग सर्विस फ्लाइटवेयर के अनुसार वीरवार रात तक एयर कैनेडा दीआं 241 उड़ाणां 'च विघन पिया सी। बुधवार नूं 35% उड़ाणां ते मंगलवार नूं 30% उड़ाणां 'च देरी हुई सी। इन्हां तो इलावा वीरवार नूं 19 उड़ाणां रद्द होईयां सन। इस सन इमीग्रेशन दे नाल और फ्लाइट्स दे नाल जुड़ियां हुई कुछ अपडेट्स। फिलहाल वरुण कौर मान नूं दिओ आग्या ते तुसीं साडा यूट्यूब चैनल पंजाब मेल USA TV जरूर सबसक्राइब कर दिओ जी। शुक्रिया, सत श्री अकाल।